पेश है हरप्रीत सेखा की कहानी विरासत। बॉसमैन, डू यू थिंक शिट विल हिट द फैन? तैनू लगदा कि वो पटाका पेगा? माइक का यह सवाल सुन के मैं मशीन रोक लई। मैं माइक के सवाल का जवाब देने की थां उसनूं मुड़मा प्रश्न कर दिता, क्यों तैनू भी लगदा? ब्रूस ने मीटिंग सद्दी है, तैनू नहीं लगदा कि कोई गंभीर मसला होवेगा? आख के माइक हस पिया। माइक ने मेरे चेहरे तो मेरी चिंता पढ़ ली होवेगी। साडा 20 साल इकट्ठे काम करन दा साथ है। ਦੁਪਹਿਰ ਤੋਂ ਜਦੋਂ ਦਾ ਬਰੂਸ ਨੇ ਕੰਮ ਤੋਂ ਬਾਅਦ ਮਿਲਣ ਲਈ ਕਿਹਾ ਸੀ, ਮੇਰੇ ਅੰਦਰ ਕਈ ਸ਼ੰਕੇ ਉੱਠ ਖਲੋਤੇ ਸਨ। ਕੋਈ ਵੀ ਸੰਭਾਵੀ ਬਦਲਾਅ ਮੇਰੇ ਲਈ ਚਿੰਤਾ ਪੈਦਾ ਕਰ ਦਿੰਦਾ। ਕੰਮ ਮਾਲਕ ਬਰੂਸ ਦੀ ਗੈਰ ਹਾਜ਼ਰੀ ਵਿੱਚ ਪਿਛਲਾ ਸਾਰਾ ਮਹੀਨਾ ਮੈਂ ਤੇ ਮਾਈਕ ਕਈ ਸੰਭਾਵਨਾਵਾਂ ਬਾਰੇ ਗੱਲਾਂ ਕਰਦੇ ਰਹੇ ਸੀ। ਮਾਈਕ ਨੂੰ ਬਰੂਸ ਤੋਂ ਵੱਡੀ ਆਸ ਸੀ, ਜਿਹੜੀ ਮੈਨੂੰ ਉਸ ਦੀ ਖੁਸ਼ਫਹਿਮੀ ਲੱਗਦੀ ਸੀ। ਮੇਰੀਆਂ ਚਿੰਤਾਵਾਂ ਮਾਈਕ ਨੂੰ ਨਿਰਮੂਲ ਲੱਗਦੀਆਂ। ਇਸੇ ਲਈ ਉਸਨੇ ਮੇਰਾ ਚਿਹਰਾ ਪੜ੍ਹ ਕੇ ਮੇਰਾ ਮਜ਼ਾਕ ਉਡਾਉਣ ਲਈ ਇਹ ਪਟਾਕਾ ਪੈਣ ਵਾਲੀ ਗੱਲ ਆਖੀ ਹੋਵੇਗੀ। ਇਸ ਦੀ ਮੈਨੂੰ ਬਾਅਦ 'ਚ ਸਮਝ ਲੱਗੀ ਸੀ। ਹਾਂ, ਮਸਲਾ ਤਾਂ ਗੰਭੀਰ ਹੀ ਲੱਗਦਾ। ਹੋ ਸਕਦਾ ਕਿ ਉਹ ਮਸ਼ੀਨ ਸ਼ਾਪ ਵੇਚਣੀ ਚਾਹੁੰਦਾ ਹੋਵੇ। ਡੋਂਟ ਵਰੀ, ਨਥਿੰਗ ਵਿਲ ਹੈਪਨ ਟੂ ਆਰ ਮਸ਼ੀਨ ਸ਼ਾਪ। ਚਿੰਤਾ ਨਾ ਕਰ, ਕਿਧਰੇ ਨਹੀਂ ਜਾਂਦੀ ਸਾਡੀ ਮਸ਼ੀਨ ਸ਼ਾਪ। ਆਖ ਕੇ ਮਾਈਕ ਆਪਣੇ ਕੰਮ ਜਾ ਲੱਗਾ। ਉਸਨੇ ਘਰੋੜ ਕੇ ਆਵਰ ਮਸ਼ੀਨ ਸ਼ਾਪ ਬਹੁਤ ਦੇਰ ਬਾਅਦ ਕਿਹਾ ਸੀ। ਪਹਿਲੀਆਂ ਵਿੱਚ ਉਹ ਇਸ ਤਰ੍ਹਾਂ ਆਖ ਕੇ ਮੇਰਾ ਮਜ਼ਾਕ ਉਡਾਉਂਦਾ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਸਦੇ ਮੂੰਹੋਂ ਹੀ ਆਪ ਮੁਹਾਰੇ ਆਵਰ ਮਸ਼ੀਨ ਸ਼ਾਪ ਨਿਕਲ ਜਾਂਦਾ ਸੀ। ਹੋ ਸਕਦਾ ਕਿ ਹੁਣ ਵੀ ਉਸਨੇ ਸੁਧਾਰ ਨਹੀਂ ਕਿਹਾ ਹੋਵੇ ਤੇ ਮੈਨੂੰ ਹੀ ਘਰੋੜ ਕੇ ਕਿਹਾ ਲੱਗਾ ਹੋਵੇ। ਮੈਂ ਮਾਈਕ ਤੋਂ 4 ਸਾਲ ਪਹਿਲਾਂ ਇਸ ਮਸ਼ੀਨ ਸ਼ਾਪ ਵਿੱਚ ਨੌਕਰੀ ਸ਼ੁਰੂ ਕੀਤੀ ਹੈ। ਮੈਨੂੰ ਸਾਰਾ ਦਿਨ ਮਸ਼ੀਨਾਂ ਦੁਆਲੇ ਭੰਭੀਰੀ ਬਣਿਆ ਦੇਖ ਕੇ ਇਸ ਨੇ ਨੌਕਰੀ ਸ਼ੁਰੂ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਮੈਨੂੰ ਕਿਹਾ ਸੀ, ਤੂੰ ਕੰਮ 'ਤੇ ਇੰਨਾ ਕਿਉਂ ਟੁੱਟ ਕੇ ਮਰਦਾ? ਸਾਰੀ ਊਰਜਾ ਤਾਂ ਤੇਰੀ ਇੱਥੇ ਹੀ ਖਰਚ ਹੋ ਜਾਂਦੀ ਹੈ। ਕੰਮ ਤੋਂ ਬਾਅਦ ਤਾਂ ਤੂੰ ਕੁਝ ਵੀ ਕਰਨ ਜੋਗਾ ਨਹੀਂ ਰਹਿੰਦਾ ਹੋਣਾ। ਇਹ ਸਾਡੀ ਮਸ਼ੀਨ ਸ਼ਾਪ ਹੈ, ਇੱਥੋਂ ਹੀ ਆਪਾਂ ਰੋਜ਼ੀ ਕਮਾਉਂਦੇ ਹਾਂ। ਸਾਨੂੰ ਇਸ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ ਇਮਾਨਦਾਰ, ਪਰ ਸਾਨੂੰ ਆਪਣੇ ਆਪ ਦਾ ਵੀ ਖਿਆਲ ਰੱਖਣਾ ਚਾਹੀਦਾ। ਅਤੇ ਸਾਡੀ ਮਸ਼ੀਨ ਸ਼ਾਪ ਨਹੀਂ, ਇਹ ਬਰੂਸ ਦੀ ਹੈ। ਅਸੀਂ ਇੱਥੇ ਕਾਮੇ ਹਾਂ। ਇੱਕੋ ਹੀ ਗੱਲ ਹੈ। ਇੱਕ ਗੱਲ ਕਿਵੇਂ ਹੋ ਗਈ? ਪਰ ਮੈਨੂੰ ਇੱਕ ਗੱਲ ਹੀ ਲੱਗਦੀ ਸੀ। ਮਸਾ ਤਾਂ ਮੈਨੂੰ ਨੌਕਰੀ ਮਿਲੀ ਸੀ। ਮੇਰੇ ਨਾਲ ਮਸ਼ੀਨਿਸਟ ਦਾ ਕੋਰਸ ਕਰਨ ਵਾਲੇ ਸਾਰੇ ਜਮਾਤੀਆਂ ਨੂੰ ਨੌਕਰੀ ਮਿਲ ਗਈ ਸੀ ਅਤੇ ਮੈਂ ਨੌਕਰੀ ਲਈ ਮਾਰਿਆ ਫਿਰ ਰਿਹਾ ਸੀ। ਕਈ ਥਾਵਾਂ ਉੱਤੇ ਅਰਜ਼ੀਆਂ ਦੇਣ 'ਤੇ, ਕੁਝ ਥਾਵਾਂ 'ਤੇ ਇੰਟਰਵਿਊ ਦੇਣ ਤੋਂ ਬਾਅਦ ਵੀ ਮੈਨੂੰ ਕੰਮ ਨਹੀਂ ਸੀ ਮਿਲ ਰਿਹਾ। ਫਿਰ ਮੈਨੂੰ ਲੱਗਣ ਲੱਗਿਆ ਜਿਵੇਂ ਮੇਰੀ ਦਿੱਖ ਕਾਰਨ ਨੌਕਰੀ ਨਹੀਂ ਸੀ ਮਿਲ ਰਹੀ। ਮੈਂ ਆਪਣੇ ਕੇਸ ਕਟਾਤੇ ਅਤੇ ਆਪਣੀ ਅਰਜ਼ੀ ਵਿੱਚ ਹੀ ਆਪਣਾ ਨਾਂ ਹਰਦੇਵ ਸਿੰਘ ਦੀ ਥਾਂ ਡੇਵ ਲਿਖਣ ਲੱਗ ਪਿਆ ਸੀ। ਅਤੇ ਜਦ ਮੈਨੂੰ ਬਰੂਸ ਦੀ ਨੌਕਰੀ ਮਿਲੀ, ਮੈਂ ਕੰਮ ਉੱਤੇ ਅੱਧਾ ਘੰਟਾ ਪਹਿਲਾਂ ਹੀ ਅੱਪੜ ਜਾਂਦਾ। ਸਾਰਾ ਦਿਨ ਮਸ਼ੀਨਾਂ ਦੁਆਲੇ ਊਰੀ ਵਾਂਗ ਘੁੰਮਦਾ ਰਹਿੰਦਾ। ਆਪਣੀ ਕੌਫੀ ਬ੍ਰੇਕ ਜਾਂ ਲੰਚ ਟਾਈਮ ਦਾ ਵੀ ਪੂਰਾ ਸਮਾਂ ਨਾ ਬੈਠਦਾ। ਖਾਣੇ ਦੇ ਵੱਡੇ ਬੁਰਕ ਵੱਢ ਕੇ ਉਹਨੂੰ ਨਿਬੇੜਨ ਦੀ ਕਰਦਾ ਅਤੇ ਮੁੜ ਕੰਮ 'ਚ ਜੁਟ ਜਾਂਦਾ। ਕੰਮ ਤੋਂ ਬਾਅਦ ਵੀ 10-15 ਮਿੰਟ ਰੁਕਿਆ ਰਹਿੰਦਾ। ਮੈਨੂੰ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਮੇਰੀ ਮਸ਼ੀਨ ਸ਼ਾਪ ਹੈ। ਜਦੋਂ ਮੈਂ ਨੌਕਰੀ ਸ਼ੁਰੂ ਕੀਤੀ ਸੀ ਉਦੋਂ ਮਸ਼ੀਨ ਸ਼ਾਪ ਹੈ ਹੀ ਨਹੀਂ ਸੀ। ਬਰੂਸ ਦੀ ਕਾਬਲੇ ਵੇਚਣ ਦੀ ਵੱਡੀ ਦੁਕਾਨ ਸੀ, ਜਿਸ ਦੇ ਇੱਕ ਕੋਨੇ ਵਿੱਚ ਉਸ ਨੇ ਖਰਾਦ ਮਸ਼ੀਨ ਅਤੇ ਬੈਡ ਸਾਹ ਜਾਣੀ ਆਰਾ ਲਿਆ ਰੱਖੇ ਸਨ। 4 ਸਾਲਾਂ ਬਾਅਦ ਕੰਮ ਵਧਣ ਕਰਕੇ ਬਰੂਸ ਨੇ 2 ਹੋਰ ਮਸ਼ੀਨਾਂ ਲਿਆ ਕੇ ਨਾਲ ਲੱਗਵੀਂ ਇਮਾਰਤ ਵਿੱਚ ਅਸੀਂ ਮਸ਼ੀਨ ਸ਼ਾਪ ਸ਼ੁਰੂ ਕਰਤੀ। ਅਤੇ ਫਿਰ ਸਾਡੀ ਮਸ਼ੀਨ ਸ਼ਾਪ ਨੂੰ ਇੱਕ ਵੱਡੀ ਤੇਲ ਕੰਪਨੀ ਦਾ ਕਾਬਲੇ ਬਣਾਉਣ ਦਾ ਠੇਕਾ ਮਿਲ ਗਿਆ ਸੀ। ਉਦੋਂ ਹੀ ਮਾਈਕ ਅਤੇ 2 ਹੋਰ ਕਾਮੇ ਭਰਤੀ ਕੀਤੇ ਸਨ। ਅਤੇ ਜਦੋਂ ਮੈਂ ਇਸ ਮਸ਼ੀਨ ਸ਼ਾਪ ਨੂੰ ਸਾਡੀ ਮਸ਼ੀਨ ਸ਼ਾਪ ਆਖਦਾ, ਮਾਈਕ ਮੈਨੂੰ ਟੋਕ ਦਿੰਦਾ। ਉਸ ਨੂੰ ਤਾਂ ਆਪਣੇ ਬਾਪ ਦੀ ਮਸ਼ੀਨ ਸ਼ਾਪ ਵੀ ਆਪਣੀ ਨਹੀਂ ਸੀ ਲੱਗਦੀ। ਐਵੇਂ ਹੀ ਉਸ ਨੇ ਕਿਹਾ ਸੀ। ਜਦੋਂ ਮੈਨੂੰ ਪਤਾ ਲੱਗਾ ਸੀ ਉਸ ਨੇ ਕੁਝ ਸਾਲ ਪਹਿਲਾਂ ਆਪਣੇ ਬਾਪ ਦੀ ਮਸ਼ੀਨ ਸ਼ਾਪ ਵਿੱਚੋਂ ਨੌਕਰੀ ਛੱਡ ਦਿੱਤੀ ਸੀ। ਮੈਂ ਹੈਰਾਨ ਹੋ ਕੇ ਕਿਹਾ ਸੀ, ਤੂੰ ਮੂਰਖ ਸੀ ਕਿ ਆਪਣੀ ਮਸ਼ੀਨ ਨੂੰ ਛੱਡ ਕੇ ਕਿਸੇ ਹੋਰ ਦੇ ਕੰਮ ਕਰਨ ਜਾ ਲੱਗਾ? ਉਹ ਮੇਰੇ ਬਾਪ ਦੀ ਮਸ਼ੀਨ ਸ਼ਾਪ ਸੀ, ਮੇਰੀ ਨਹੀਂ। ਇੱਕੋ ਗੱਲ ਹੀ ਸੀ।
ਇੱਕੋ ਕਿਵੇਂ ਹੋ ਗਈ? ਮੈਂ ਤਾਂ ਉੱਥੇ ਕੰਮਾਂ ਸੀ। ਪਰ ਤੂੰ ਉੱਥੋਂ ਨੌਕਰੀ ਛੱਡ ਕਿਉਂ ਦਿੱਤੀ? ਹੋਰ ਨਹੀਂ ਝੱਲ ਸਕਿਆ ਆਪਣੇ ਬਾਪ ਨੂੰ। ਉਹ ਅੜਬ ਸੁਭਾਅ ਦਾ ਸੀ। ਹੁਣ ਵੀ ਚੱਲਦੀ ਆ ਉਹ ਮਸ਼ੀਨ ਸ਼ਾਪ? ਮਸ਼ੀਨ ਸ਼ਾਪ ਹੈਗੀ ਆ, ਪਰ ਮੇਰਾ ਪਿਓ ਨਹੀਂ। ਉਸ ਦਾ ਦਿਲ ਫੇਲ ਹੋ ਗਿਆ। ਉਹ 48 ਸਾਲਾਂ ਦੀ ਉਮਰ 'ਚ ਹੀ ਚੱਲ ਵਸਿਆ। ਮਤਰੇਈ ਮਾਂ ਨੇ ਮਸ਼ੀਨ ਸ਼ਾਪ ਵੇਚ ਦਿੱਤੀ। ਜੇ ਤੂੰ ਉੱਥੇ ਕੰਮ ਕਰਦਾ ਰਹਿੰਦਾ ਤਾਂ ਹੁਣ ਨੂੰ ਤੂੰ ਉਸ ਦਾ ਮਾਲਕ ਹੋਣਾ ਸੀ। ਤੈਨੂੰ ਕਦੇ ਪਛਤਾਵਾ ਨਹੀਂ ਹੋਇਆ? ਪਛਤਾਵਾ ਕਾਹਦਾ? ਮੈਂ ਕਿਹੜਾ ਮਸ਼ੀਨ ਸ਼ਾਪ ਨੂੰ ਖੜੀ ਕਰਨ ਵਿੱਚ ਕੋਈ ਯੋਗਦਾਨ ਪਾਇਆ ਸੀ? ਉਹ ਮੇਰੇ ਪਿਤਾ ਦੀ ਮਿਹਨਤ ਨਾਲ ਸ਼ੁਰੂ ਹੋਈ ਸੀ। ਮੈਨੂੰ ਤਾਂ ਸਗੋਂ ਇਹ ਕਿੱਤਾ ਸਿੱਖਣ ਵਿੱਚ ਉਸ ਦੀ ਮਦਦ ਹੀ ਮਿਲੀ। ਜਦੋਂ ਮਾਈਕ ਨੇ ਕਿਹਾ ਸੀ, ਮੈਂ ਗੌਰ ਨਾਲ ਉਸ ਦੇ ਚਿਹਰੇ ਵੱਲ ਦੇਖਿਆ ਸੀ। ਮੈਨੂੰ ਉਸ ਤੋਂ ਕੋਈ ਪਛਤਾਵਾ ਨਹੀਂ ਸੀ ਲੱਭਿਆ। ਮੇਰੇ ਚਿੱਤ 'ਚ ਆਈ ਸੀ ਕਿ ਕਹਾਂ ਕਿੱਥੇ ਤੂੰ ਮਾਲਕ ਹੋਣਾ ਸੀ, ਕਿੱਥੇ ਤੂੰ ਕਿਸੇ ਦੇ ਥੱਲੇ ਕੰਮ ਕਰਦਾ, ਪਰ ਉਦੋਂ ਮੈਂ ਕਿਹਾ ਨਹੀਂ ਸੀ। ਤੇ ਹੁਣ ਕਿਸੇ ਹੋਰ ਦੇ ਥੱਲੇ ਲੱਗ ਕੇ ਹੁਣ ਕੰਮ ਨਹੀਂ ਹੋਣਾ, ਇਹ ਮੇਰੀ ਚਿੰਤਾ ਬਣ ਗਈ ਸੀ। ਹੋ ਸਕਦਾ ਕਿ ਬਰੂਸ ਨੇ ਰਿਟਾਇਰ ਹੋਣਾ ਹੋਵੇ ਜਾਂ ਆਪਣਾ ਕੰਮ ਘੱਟ ਕਰਨ ਲਈ ਉਹ ਕੋਈ ਮੈਨੇਜਰ ਰੱਖ ਲਵੇ। ਇਸ ਤਰ੍ਹਾਂ ਦੇ ਕਈ ਵਿਚਾਰ ਮਨ ਵਿੱਚ ਚੱਲ ਰਹੇ ਸਨ। ਕਦੇ ਚਿੱਤ 'ਚ ਆਉਂਦੀ, ਹੋ ਸਕਦਾ ਹੈ ਕਿ ਬਰੂਸ ਨੇ ਉਹਦੀ ਗੈਰ ਹਾਜ਼ਰੀ ਵਿੱਚ 1 ਮਹੀਨਾ ਕੰਮ ਸੰਭਾਲਣ ਲਈ ਸਾਡਾ ਧੰਨਵਾਦ ਕਰਨ ਖਾਤਰ ਹੀ ਮੀਟਿੰਗ ਸੱਦੀ ਹੋਵੇ। ਤੇ ਹੋ ਸਕਦਾ ਹੈ ਇਸ ਬਦਲੇ ਉਹ ਬੋਨਸ ਹੀ ਦੇ ਦੇਵੇ। ਜਦੋਂ ਮਾਈਕ ਨੇ ਕੋਈ ਪਟਾਕਾ ਪੈਣ ਵਾਲਾ ਸਵਾਲ ਕੀਤਾ, ਮੈਂ ਇਹਨਾਂ ਸੋਚਾਂ ਵਿੱਚ ਹੀ ਉਲਝਿਆ ਹੋਇਆ ਸੀ। ਮੈਂ ਮਾਈਕ ਦੇ ਚਿਹਰੇ ਵੱਲ ਨਹੀਂ ਸੀ ਦੇਖਿਆ, ਨਹੀਂ ਤਾਂ ਸ਼ਾਇਦ ਮੈਨੂੰ ਪਤਾ ਲੱਗ ਜਾਂਦਾ ਕਿ ਮਾਈਕ ਨੇ ਮੇਰਾ ਮਜ਼ਾਕ ਉਡਾਉਣ ਲਈ ਹੀ ਇਸ ਤਰ੍ਹਾਂ ਕਿਹਾ ਸੀ। ਮੈਂ ਮਾਈਕ ਨਾਲ ਇਸ ਵਿਸ਼ੇ 'ਤੇ ਹੋਰ ਗੱਲਾਂ ਕਰਨਾ ਚਾਹੁੰਦਾ ਸੀ, ਪਰ ਉਹ ਆਪਣੀ ਮਸ਼ੀਨ ਕੋਲ ਚਲਾ ਗਿਆ ਅਤੇ ਮੈਂ ਮੁੜ ਆਪਣੀਆਂ ਸੋਚਾਂ ਵਿੱਚ ਉਲਝ ਗਿਆ ਸੀ। ਮੈਂ ਮਾਈਕ ਨੂੰ ਪੁੱਛਣਾ ਚਾਹੁੰਦਾ ਸੀ ਕਿ ਜੇ ਬਰੂਸ ਨੇ ਮਸ਼ੀਨ ਸ਼ਾਪ ਵੇਚਣ ਬਾਰੇ ਗੱਲ ਕੀਤੀ ਤਾਂ ਦੋਨੋਂ ਰਲ ਕੇ ਖਰੀਦ ਲਾਂਗੇ। ਇੱਕ ਚਿੰਤਾ ਇਹ ਵੀ ਸੀ ਕਿ ਜੇ ਬਰੂਸ ਨੇ ਜ਼ਿਆਦਾ ਕੀਮਤ ਮੰਗ ਲਈ ਅਤੇ ਉਹ ਸਾਡੇ ਵਿੱਤੋਂ ਬਾਹਰੀ ਹੋਈ ਅਤੇ ਬਾਹਰੋਂ ਕਿਸੇ ਹੋਰ ਤੋਂ ਉਸ ਨੂੰ ਇਹ ਕੀਮਤ ਮਿਲ ਗਈ ਤਾਂ ਨਵੇਂ ਮਾਲਕ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਣਗੇ। ਇੱਕ ਚਿੱਤ ਕਹਿੰਦਾ ਸੀ ਕਿ ਬਰੂਸ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇ ਉਸਨੇ ਮਸ਼ੀਨ ਸ਼ਾਪ ਵੇਚਣੀ ਹੋਈ ਪਹਿਲਾਂ ਸਾਨੂੰ ਹੀ ਦੇਵੇਗਾ। ਅਸੀਂ ਸਾਰੀ ਉਮਰ ਲਾਈ ਹੈ ਇਸ ਮਸ਼ੀਨ ਸ਼ਾਪ ਨੂੰ ਲੀਹਾਂ 'ਤੇ ਪਾਉਣ ਲਈ। ਮੈਂ ਤਾਂ ਬਿਮਾਰੀ ਠਮਾਰੀ ਵੇਲੇ ਵੀ ਕੰਮ ਤੋਂ ਛੁੱਟੀ ਨਹੀਂ ਸੀ ਕਰਦਾ। ਅਤੇ ਇੱਕ ਵਾਰ ਤਾਂ ਬਰੂਸ ਨੇ ਮੇਰੀ ਹਾਲਤ ਦੇਖ ਕੇ ਆਪ ਮੈਨੂੰ ਘਰ ਭੇਜਿਆ ਸੀ। ਉਸ ਦਿਨ ਮੇਰਾ ਜ਼ੁਕਾਮ ਕਾਰਨ ਬੁਰਾ ਹਾਲ ਸੀ। ਮੈਨੂੰ ਛਿੱਕਾਂ ਆ ਰਹੀਆਂ ਸੀ, ਨੱਕ ਚੱਲ ਰਿਹਾ ਸੀ, ਸਿਰ ਪਾਟਣ ਕਰਦਾ ਸੀ ਅਤੇ ਮੈਂ ਦਵਾਈ ਦੀ ਗੋਲੀ ਲੈ ਕੇ ਕੰਮ 'ਤੇ ਪਹੁੰਚ ਗਿਆ ਸੀ। ਉਸ ਦਿਨ ਮਾਈਕ ਨੇ ਕਿਹਾ ਸੀ, ਤੈਨੂੰ ਕੀ ਲੱਗਦਾ ਕਿ ਜੇ ਤੂੰ ਕੰਮ 'ਤੇ ਨਾ ਆਉਂਦਾ ਤਾਂ ਕੀ ਹੋ ਜਾਂਦਾ? ਕੰਮ ਦੇਣ ਵਾਲਾ ਪਿਆ ਯਾਰ, ਮੈਂ ਕਿਹਾ ਸੀ। ਮਾਈਕ ਬੋਲਿਆ, ਕੋਈ ਪਹਾੜ ਨਹੀਂ ਡਿੱਗਣ ਲੱਗਾ ਜੇ ਕੰਮ ਲੇਟ ਦਿੱਤਾ ਜਾਊ। ਪਰ ਮੈਂ ਓਨਾ ਚਿਰ ਕੰਮ ਕਰਦਾ ਰਿਹਾ ਸੀ ਜਿੰਨਾ ਚਿਰ ਆਪ ਬਰੂਸ ਨੇ ਘਰ ਜਾਣ ਲਈ ਨਹੀਂ ਸੀ ਕਿਹਾ। ਘਰ ਜਾਂਦੇ ਨੂੰ ਮਾਈਕ ਨੇ ਕਿਹਾ ਸੀ, ਤੂੰ ਨਿਰਾ ਸ਼ੁਦਾਈ ਹੈ। ਅਤੇ ਫਿਰ ਮੈਨੂੰ ਸ਼ੁਦਾਈ ਆਖਣ ਵਾਲਾ ਮਾਈਕ ਆਪ ਸ਼ੁਦਾਈ ਬਣ ਗਿਆ ਸੀ। ਉਸਨੇ ਕੈਂਪਿੰਗ 'ਤੇ ਜਾਣਾ ਸੀ ਅਤੇ ਇੱਕ ਰਸ਼ ਆਰਡਰ ਆ ਗਿਆ। ਮਾਈਕ ਨੇ ਦੁਚਿੱਤੀ ਨਹੀਂ ਸੀ ਦਿਖਾਈ। ਉਹ ਬੋਲਿਆ ਸੀ, ਜੇ ਸਾਡਾ ਰੈਗੂਲਰ ਗਾਹਕ ਕਿਸੇ ਹੋਰ ਮਸ਼ੀਨ ਸ਼ਾਪ 'ਚ ਚਲਾ ਗਿਆ, ਇਸ ਨੇ ਵਾਪਸ ਨਹੀਂ ਆਉਣਾ। ਮੈਂ ਇਸ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਛੁੱਟੀਆਂ 'ਤੇ ਚਲਾ ਜਾਵਾਂਗਾ। ਅਤੇ ਮਾਈਕ ਨੇ ਆਪਣੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ ਸਨ। ਅਤੇ ਇਹ ਸਿਰਫ ਇੱਕ ਵਾਰ ਨਹੀਂ ਸੀ ਹੋਇਆ। ਕੰਮ ਦਿਨੋਂ ਦਿਨ ਵੱਧ ਰਿਹਾ ਸੀ। ਬਰੂਸ ਕੰਪਿਊਟਰ ਨਾਲ ਚੱਲਣ ਵਾਲੀਆਂ CNC ਮਸ਼ੀਨਾਂ ਲੈ ਆਇਆ ਸੀ। ਇਹ ਮਸ਼ੀਨਾਂ ਕੰਮ ਨੂੰ ਨਿਗਲ ਜਾਂਦੀਆਂ। ਇਹ ਕਈ ਬੰਦਿਆਂ ਦਾ ਕੰਮ ਨਿਬੇੜ ਦਿੰਦੀਆਂ। ਬਰੂਸ ਨੇ ਮਾਈਕ ਦੇ ਨਾਲ ਭਰਤੀ ਕੀਤੇ ਦੋਨੋਂ ਮਸ਼ੀਨਿਸਟਾਂ ਦੀ ਛਾਂਟੀ ਕਰ ਦਿੱਤੀ। ਮਸ਼ੀਨ ਸ਼ਾਪ ਵਿੱਚੋਂ ਧੜਾ ਮਾਲ ਨਿਕਲਦਾ ਦੇਖ ਬਰੂਸ ਨੇ ਵੇਅਰ ਹਾਊਸ ਬੰਦ ਕਰ ਦਿੱਤਾ ਅਤੇ ਸਾਰਾ ਧਿਆਨ ਮਸ਼ੀਨ ਸ਼ਾਪ ਵੱਲ ਲਾ ਦਿੱਤਾ। ਇਹ ਖਬਰ ਸੁਣ ਕੇ ਮਾਈਕ ਬੋਲਿਆ, ਕੌਣ ਨਹੀਂ ਇਸ ਤਰ੍ਹਾਂ ਕਰੇਗਾ ਜਿਸ ਕੋਲ 2 ਸ਼ੁਦਾਈ ਘੋੜੇ ਹੋਣ, ਜਿਹੜੇ ਸਾਰਾ ਦਿਨ ਸਿਰ ਸਿੱਟ ਕੇ ਕੰਮ ਵਿੱਚ ਜੁਟੇ ਰਹਿਣ। 3 ਬੰਦਿਆਂ ਜਿੰਨਾ ਕੰਮ ਤੂੰ ਕਰ ਦਿੰਦਾ ਅਤੇ 2 ਜਿੰਨਾ ਮੈਂ। ਉਹ ਮੁੜ ਬੋਲਿਆ, ਬੌਸਮੈਨ, ਤੂੰ ਮੈਨੂੰ ਵੀ ਆਪਣੇ ਵਰਗਾ ਸ਼ੁਦਾਈ ਬਣਾ ਲਿਆ। ਇਸ ਕਰਕੇ ਹੀ ਆਪਣੀ ਮਸ਼ੀਨ ਸ਼ਾਪ ਤਰੱਕੀ ਕਰ ਰਹੀ ਹੈ, ਮੈਂ ਕਿਹਾ ਸੀ। ਤਰੱਕੀ 'ਚੋਂ ਸਾਨੂੰ ਠੁੱਲੂ ਮਿਲਦਾ। ਮਾਈਕ ਦਾ ਇਹ ਜਵਾਬ ਮੇਰੇ ਅੰਦਰ ਅੜ ਗਿਆ ਸੀ। ਅਗਲੇ ਦਿਨ ਮੈਂ ਮਾਈਕ ਨੂੰ ਕਿਹਾ ਸੀ,
ਤੇਰੀ ਗੱਲ ਠੀਕ ਹੈ ਕਿ ਮਸ਼ੀਨ ਸ਼ਾਪ ਦੀ ਤਰੱਕੀ ਦਾ ਸਾਨੂੰ ਕੋਈ ਵਾਧੂ ਫਾਇਦਾ ਨਹੀਂ ਮਿਲਦਾ। ਸਾਰੀ ਆਮਦਨ ਬਰੂਸ ਦੀ ਜੇਬ 'ਚ ਚਲੀ ਜਾਂਦੀ ਹੈ। ਚੱਲ ਆਪਾਂ ਆਪਣੀ ਮਸ਼ੀਨ ਸ਼ਾਪ ਖੋਲ੍ਹ ਗਏ। ਮੇਰੀ ਇਹ ਗੱਲ ਸੁਣ ਕੇ ਮਾਈਕ ਕੁਝ ਪਲ ਤਾਂ ਅਵਾਕ ਖੜਾ ਰਿਹਾ, ਫਿਰ ਹੱਸ ਪਿਆ ਤੇ ਬੋਲਿਆ, ਹੁਣ ਪਊ ਪਟਾਕਾ। ਮੈਂ ਗੰਭੀਰ ਹਾਂ। ਰਾਤ ਮੈਂ ਇਹੀ ਸੋਚਦਾ ਰਿਹਾ। ਮੈਂ ਕਿਹਾ, ਇਹ ਵੀ ਤਾਂ ਆਪਣੀ ਛਾਪ ਹੈ, ਪਰ ਆਪਣਾ ਭਵਿੱਖ ਕੀ ਹੈ? ਕੋਈ ਪੈਨਸ਼ਨ ਪਲਾਨ ਨਹੀਂ ਕੰਪਨੀ ਦੀ। ਤੂੰ ਬਹੁਤ ਦੂਰ ਬਾਰੇ ਸੋਚਦਾ ਹੈ। ਉਦੋਂ ਤੱਕ ਜਿਉਂਦੇ ਹੋਣਾ ਕਿ ਨਹੀਂ? ਹੁਣ ਬਾਰੇ ਸੋਚ। ਕੋਈ ਹਿੜਕ ਝੜਕ ਨਹੀਂ। ਇੱਕ ਤਰ੍ਹਾਂ ਨਾਲ ਕੋਈ ਸਿਰਦਰਦੀ ਲਏ ਬਗੈਰ ਆਪਣੇ ਸੁਪਰਵਾਈਜ਼ਰ ਆਪ ਹਾਂ। ਇਸੇ ਕਰਕੇ ਮੈਂ ਇੱਥੇ ਟਿਕਿਆ ਹੋਇਆ। ਸੁਣ ਕੇ ਮੈਂ ਚੁੱਪ ਕਰ ਗਿਆ। ਕੁਝ ਪਲਾਂ ਬਾਅਦ ਮਾਈਕ ਬੋਲਿਆ, ਆਪਣੀ ਵਧੀਆ ਟੀਮ ਹੈ। ਬਰੂਸ ਦਫ਼ਤਰੀ ਕੰਮ ਸੰਭਾਲੀ ਜਾਂਦਾ ਅਤੇ ਆਪਾਂ ਛਾਪ। ਇਸ ਤੋਂ ਵਧੀਆ ਟੀਮ ਬਣਨੀ ਮੁਸ਼ਕਿਲ ਹੈ। ਮੈਂ ਚੁੱਪ ਕਰ ਗਿਆ। ਇਕੱਲੇ ਦਾ ਆਪਣੀ ਮਸ਼ੀਨ ਸ਼ਾਪ ਖੋਲ੍ਹਣ ਦਾ ਹੌਸਲਾ ਨਾ ਪਿਆ ਅਤੇ ਮੈਂ ਸਾਡੀ ਇਸੇ ਮਸ਼ੀਨ ਸ਼ਾਪ ਦੀ ਤਰੱਕੀ ਵਿੱਚ ਉਵੇਂ ਹੀ ਯੋਗਦਾਨ ਪਾਉਂਦਾ ਰਿਹਾ। ਪਰ ਇਸ ਤਰੱਕੀ ਨੂੰ ਉਦੋਂ ਬ੍ਰੇਕਾਂ ਲੱਗ ਗਈਆਂ ਜਦੋਂ ਵੱਡੀ ਕੰਪਨੀ ਦਾ ਠੇਕਾ ਚੀਨ ਚਲਾ ਗਿਆ ਅਤੇ ਉੱਤੋਂ ਸਾਲ 2008 ਵਾਲਾ ਮਦਵਾੜਾ ਆ ਗਿਆ। 2-3 ਮਸ਼ੀਨਾਂ ਚਲਾਉਣ ਦੀ ਥਾਂ ਅਸੀਂ ਇੱਕ ਮਸ਼ੀਨ ਦਾ ਢਿੱਡ ਮਸਾਂ ਭਰਦੇ। ਅਤੇ ਫਿਰ ਇੱਕ ਦਿਨ ਬਰੂਸ ਨੇ ਮੀਟਿੰਗ ਸੱਦ ਲਈ ਜਿਸ ਦੀ ਸਾਨੂੰ ਉਮੀਦ ਸੀ। ਉਸ ਦਿਨ ਬਹੁਤ ਚਿਰਾਂ ਬਾਅਦ ਮਾਈਕ ਨੇ ਪਟਾਕਾ ਪੈਣ ਵਾਲਾ ਆਪਣਾ ਪ੍ਰਸ਼ਨ ਦੁਹਰਾਇਆ ਸੀ। ਮੈਂ ਅੱਗੋਂ ਹੱਸ ਪਿਆ ਸੀ। ਮੀਟਿੰਗ ਵਿੱਚ ਮਦਵਾੜੇ ਦੇ ਛੇਤੀ ਨਾ ਮੁੱਕਣ ਦੀ ਸ਼ੱਕ ਜ਼ਾਹਰ ਕਰਨ ਦੀਆਂ ਗੱਲਾਂ ਕਰਨ ਤੋਂ ਬਾਅਦ ਬਰੂਸ ਬੋਲਿਆ, ਜੇ ਆਪਾਂ ਮਸ਼ੀਨ ਸ਼ਾਪ ਨੂੰ 8 ਘੰਟੇ ਦੀ ਥਾਂ 6 ਘੰਟੇ ਕਰ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਕੰਪਨੀ ਨੂੰ ਬਚਾਉਣ ਲਈ ਸਾਨੂੰ ਕੋਈ ਸਾਵਧਾਨੀ ਵਾਲਾ ਕਦਮ ਚੁੱਕਣਾ ਪੈਣਾ। ਆਖ ਕੇ ਉਸਨੇ ਸਾਡੇ ਦੋਨਾਂ ਦੇ ਚਿਹਰੇ ਵੱਲ ਨਿਗਾਹ ਮਾਰੀ ਅਤੇ ਮੁੜ ਬੋਲਿਆ, ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ। ਮੈਂ ਤੁਹਾਨੂੰ ਗਵਾਉਣਾ ਨਹੀਂ ਚਾਹੁੰਦਾ। ਬਸ ਕੁਝ ਕੁ ਹਫ਼ਤਿਆਂ ਤੱਕ ਹੀ ਚੱਲੇਗਾ। ਉਦੋਂ ਤੱਕ ਕਿਸੇ ਨਾ ਕਿਸੇ ਨਵੀਂ ਕੰਪਨੀ ਦਾ ਠੇਕਾ ਮਿਲ ਹੀ ਜਾਵੇਗਾ। ਉਸਨੇ ਕਈ ਵਾਰੀ ਸਾਡੇ ਚਿਹਰਿਆਂ ਵੱਲ ਦੇਖਿਆ ਅਤੇ ਬੋਲਿਆ, ਕੋਈ ਦਿੱਕਤ ਤਾਂ ਨਹੀਂ? ਮੈਂ ਕੋਈ ਮੌਰਗੇਜ ਨਹੀਂ ਦੇਣੀ, ਨਾ ਹੀ ਮੇਰੇ ਬੱਚੇ ਨੇ ਜਿਨ੍ਹਾਂ ਦੀ ਮੈਂ ਦੇਖਭਾਲ ਕਰਨੀ ਹੋਵੇ। ਮੈਂ ਸਾਰ ਲਵਾਂਗਾ। ਡੇਵ ਨੇ ਮੌਰਗੇਜ ਵੀ ਦੇਣੀ ਹੈ ਅਤੇ ਇਸ ਦੇ ਬੱਚੇ ਵੀ ਨੇ। ਮੈਨੂੰ ਭਾਵੇਂ ਲੇ ਆਫ ਦੇ ਦੇ, ਪਰ ਡੇਵ ਨੂੰ ਪੂਰਾ ਸਮਾਂ ਕੰਮ ਕਰਦੇ ਰਹਿਣ ਦੇ। ਨਹੀਂ, ਮੈਂ ਵੀ ਸਾਰ ਲਵਾਂਗਾ, ਮੈਂ ਕਿਹਾ। ਪੱਕਾ? ਬਰੂਸ ਬੋਲਿਆ। ਹਾਂ, ਬਿਲਕੁਲ, ਬਹੁਤ ਅੱਛੇ। ਇਹ ਹੈ ਮੇਰਾ ਪਰਿਵਾਰ, ਬਰੂਸ ਬੋਲਿਆ। ਬਰੂਸ ਦੇ ਦਫ਼ਤਰ ਵਿੱਚੋਂ ਬਾਹਰ ਆ ਕੇ ਮਾਈਕ ਬੋਲਿਆ, ਤੂੰ ਮੂਰਖ ਹੈ? ਆਖ ਦਿੰਦਾ ਕਿ ਨਹੀਂ ਸਰਨਾ। ਇੰਨੇ ਸਾਲ ਹੱਡ ਭਨਵਾਏ ਆ, ਬਰੂਸ ਦਾ ਦਿਵਾਲੀਆ ਨਹੀਂ ਨਿਕਲਣ ਲੱਗਾ। ਪਰ ਮੈਂ ਤੈਨੂੰ ਨਹੀਂ ਗਵਾਉਣਾ ਚਾਹੁੰਦਾ ਅਤੇ ਮੁਨਾਸਬ ਵੀ ਨਹੀਂ ਹੈ ਕਿ ਮੈਂ ਪੂਰਾ ਸਮਾਂ ਕੰਮ ਕਰਾਂ ਅਤੇ ਤੂੰ ਘਰ ਬੈਠ ਜਾਵੇਂ। ਮੈਂ ਕਿਹਾ, ਕੰਮ ਆਉਣਾ ਘੱਟ ਹੀ ਹੋਇਆ, ਬੰਦ ਨਹੀਂ ਹੋਇਆ। ਮੈਨੂੰ ਲੇ ਆਫ ਕਰਕੇ ਉਸ ਦਾ ਗੁਜ਼ਾਰਾ ਹੀ ਨਹੀਂ ਹੋਣਾ। ਇਸ ਗੱਲ ਦਾ ਮੈਨੂੰ ਵੀ ਪਤਾ ਸੀ ਕਿ ਸਾਡੇ ਦੋਹਾਂ ਵਿੱਚੋਂ ਇੱਕ ਨੂੰ ਵੀ ਗਵਾਉਣਾ ਬਰੂਸ ਨੂੰ ਵਾਰਾ ਨਹੀਂ ਖਾਵੇਗਾ। ਮੇਰੇ ਅੰਦਰ ਰੰਜ ਪੈਦਾ ਹੋਇਆ ਕਿ ਕੰਪਨੀ ਦੇ ਚੜ੍ਹਤ ਵੇਲੇ ਬਰੂਸ ਨੇ ਕਦੇ ਵੀ ਆਮਦਨੀ ਵਿੱਚੋਂ ਸਾਨੂੰ ਕੋਈ ਹਿੱਸਾ ਨਹੀਂ ਸੀ ਦਿੱਤਾ ਅਤੇ ਹੁਣ ਮੰਦੇ ਵੇਲੇ ਕੰਪਨੀ ਨੂੰ ਬਚਾਉਣ ਦੀ ਦੁਹਾਈ ਦੇ ਕੇ ਸਾਡੀ ਆਮਦਨ ਘਟਾਉਣੀ ਚਾਹੁੰਦਾ। ਇਸੇ ਗਿਲੇ ਵਿੱਚੋਂ ਹੀ ਮੇਰੇ ਅੰਦਰ ਮੁੜ ਆਪਣੀ ਮਸ਼ੀਨ ਸ਼ਾਪ ਸ਼ੁਰੂ ਕਰਨ ਦਾ ਵਿਚਾਰ ਉਸਲ ਵੱਟੇ ਲੈਣ ਲੱਗ ਗਿਆ। ਪਰ ਇਹ ਉਬਾਲ ਕੁਝ ਦਿਨ ਹੀ ਰਿਹਾ ਸੀ। ਕੰਮ ਦੇ ਮੁੜ ਤੇਜ਼ ਹੋਣ ਨਾਲ ਬੈਠ ਗਿਆ ਸੀ ਅਤੇ ਫਿਰ ਅਚਾਨਕ ਹੀ ਪਿਛਲੇ ਸਾਲ ਇੱਕ ਦਿਨ ਬਰੂਸ ਨੇ ਕੰਮ ਤੋਂ ਬਾਅਦ ਮਿਲਣ ਲਈ ਕਿਹਾ ਸੀ। ਬਰੂਸ ਦੇ ਪਾਸੇ ਹੁੰਦਿਆਂ ਹੀ ਮਾਈਕ ਮੇਰੇ ਕੋਲ ਪਹੁੰਚ ਗਿਆ ਸੀ। ਬੋਲਿਆ, ਕਿਉਂ ਪਊ ਪਟਾਕਾ? ਮੈਨੂੰ ਹਾਲੇ ਕਿਸੇ ਕਹਾਣੀ ਦਾ ਲੜ ਸਿਰਾ ਨਹੀਂ ਸੀ ਮਿਲ ਰਿਹਾ ਕਿ ਕਿਉਂ ਬਰੂਸ ਨੇ ਆਵਾਜ਼ ਨੀਵੀਂ ਕਰਕੇ ਕਿਹਾ ਸੀ। ਇਹ ਸਾਡੇ ਤਿੰਨਾਂ ਵਿਚਾਲੇ ਹੀ ਹੈ। ਭਾਵੇਂ ਸਾਡੇ ਤਿੰਨਾਂ ਤੋਂ ਇਲਾਵਾ ਕੰਪਨੀ ਵਿੱਚ ਦਫ਼ਤਰੀ ਕੰਮ ਲਈ ਸਿਰਫ ਇੱਕ ਹੋਰ ਕੁੜੀ ਹੀ ਪਾਰਟ ਟਾਈਮ ਕੰਮ ਕਰਦੀ ਸੀ। ਜਦੋਂ ਮਾਈਕ ਨੇ ਆਪਣਾ ਪ੍ਰਸ਼ਨ ਦਾਗਿਆ, ਮੈਂ ਹੱਸ ਪਿਆ। ਫੇਰ ਕਿਹਾ, ਸਮਝ ਨਹੀਂ ਲੱਗੀ ਕਿ ਕਿਉਂ ਬਰੂਸ ਬੀਅਰ ਪਿਉਣ ਲੈ ਕੇ ਚੱਲਿਆ। ਤੂੰ ਦੇਖ ਲਵੀਂ, ਇਹ ਕੋਈ ਵੱਡੀ ਰਿਆਇਤ ਮੰਗੇਗਾ। ਮਾਈਕ ਦੀ ਇਹ ਗੱਲ ਮੈਨੂੰ ਜੱਚ ਗਈ। ਬਰੂਸ ਇਸੇ ਤਰ੍ਹਾਂ ਹੀ ਕੋਈ ਚਾਪਲੂਸੀ ਕਰਦਾ ਜਦੋਂ ਉਸਨੇ ਕੋਈ ਰਿਆਇਤ ਲੈਣੀ ਹੁੰਦੀ ਆ।
ਮੈਨੂੰ ਇਹ ਵੀ ਪਤਾ ਸੀ ਕਿ ਬਰੂਸ ਨੇ ਕਰਨੀ ਆਪਣੇ ਚਿੱਤਾ ਹੀ ਹੁੰਦੀ ਆ, ਪਰ ਉਹ ਦਿਖਾਵਾ ਇਸ ਤਰ੍ਹਾਂ ਕਰਦਾ ਜਿਵੇਂ ਉਹ ਸਾਡੀ ਰਾਏ ਤੋਂ ਬਿਨਾਂ ਮਸ਼ੀਨ ਸ਼ਾਪ ਨਾਲ ਸੰਬੰਧਿਤ ਕਿਸੇ ਫੈਸਲੇ ਲਈ ਪੈਰ ਵੀ ਨਾ ਪੁੱਟਦਾ ਹੋਵੇ। ਬਰੂਸ ਨੇ ਪੱਬ 'ਚ ਜਾ ਕੇ ਇੱਕ ਬੀਅਰ ਮੁੱਕਣ ਤੋਂ ਬਾਅਦ ਕਿਹਾ ਸੀ, ਮੁੰਡਿਓ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਜੇ ਮੈਂ ਆਪਣੇ ਬੇਟੇ ਜਸਟਨ ਨੂੰ ਮਸ਼ੀਨ ਸ਼ਾਪ ਵਿੱਚ ਲੈ ਆਵਾਂ? ਇਹ ਸੁਣ ਕੇ ਮੈਂ ਕਨੱਖੀਆਂ ਵਿੱਚੋਂ ਮਾਈਕ ਵੱਲ ਦੇਖਿਆ। ਉਹ ਮੁਸਕਰਾ ਪਿਆ। ਬਰੂਸ ਫੇਰ ਬੋਲਿਆ, ਜਸਟਨ 30 ਸਾਲ ਦਾ ਹੋ ਗਿਆ, ਹਾਲੇ ਵੀ ਕਿਸੇ ਕੰਮ ਉੱਤੇ ਸੈੱਟ ਨਹੀਂ ਹੁੰਦਾ। ਪਿਛਲੇ ਹਫ਼ਤੇ ਫੇਰ ਨੌਕਰੀ ਛੱਡ ਆਇਆ। ਜੇ ਤੁਸੀਂ ਮੇਰੀ ਮਦਦ ਕਰੋ ਤਾਂ ਆਪਾਂ ਉਸ ਨੂੰ ਮਸ਼ੀਨ ਸ਼ਾਪ ਵਿੱਚ ਕੰਮ ਦੇ ਕੇ ਦੇਖੀਏ। ਆਖ ਕੇ ਬਰੂਸ ਨੇ ਮੇਰੇ ਤੇ ਮਾਈਕ ਵੱਲ ਵਾਰੀ-ਵਾਰੀ ਦੇਖਿਆ। ਉਹਦੀ ਦਿਲਚਸਪੀ ਹੈ ਮਸ਼ੀਨ ਸ਼ਾਪ ਦਾ ਕੰਮ ਸਿੱਖਣ ਵਿੱਚ? ਮਾਈਕ ਨੇ ਪੁੱਛਿਆ। ਸਹਿਮਤ ਹੋ ਗਿਆ, ਆਖ ਕੇ ਬਰੂਸ ਨੇ ਮੇਰੇ ਵੱਲ ਦੇਖਿਆ ਤੇ ਪੁੱਛਿਆ, ਤੂੰ ਕੀ ਕਹਿਣਾ? ਮੈਂ ਕਿਸੇ ਨੂੰ ਕੰਮ ਸਿਖਾਉਣ ਵਿੱਚ ਬਹੁਤਾ ਮਾਹਰ ਨਹੀਂ, ਪਰ ਲੈ ਆ। ਤੇ ਅਗਲੇ ਹਫ਼ਤੇ ਤੋਂ ਜਸਟਨ ਕੰਮ ਉੱਤੇ ਆ ਗਿਆ ਸੀ, ਪਰ ਉਹ 2 ਦਿਨਾਂ 'ਚ ਹੀ ਕੰਮ ਤੋਂ ਇਨਕਾਰੀ ਹੋ ਗਿਆ। ਜਿਵੇਂ ਆਮ ਸਿਖਾਂਦਰੂ ਨੂੰ ਪਹਿਲਾਂ ਕੰਮ 'ਤੇ ਲਾਈਦਾ, ਮੈਂ ਉਸੇ ਤਰ੍ਹਾਂ ਹੀ ਜਸਟਨ ਨੂੰ ਵੀ ਬੈਂਡ ਸਾਹ 'ਤੇ ਪੀਸ ਕੱਟਣ ਲਾ ਦਿੱਤਾ। ਉਹ ਘੰਟਾ ਕੁ ਕੰਮ ਕਰਦਾ ਰਿਹਾ, ਫਿਰ ਮੇਰੇ ਕੋਲ ਆ ਕੇ ਬੋਲਿਆ, ਮੈਂ ਨਹੀਂ ਇਹ ਕੰਮ ਕਰ ਸਕਦਾ, ਇਹ ਬਹੁਤ ਉਕਾਊ ਹੈ, ਮਸ਼ੀਨ ਸ਼ਾਪ ਵਿੱਚ ਇੱਦਾਂ ਦੇ ਹੀ ਕੰਮ ਹੁੰਦੇ ਆ। ਮੇਰਾ ਜਵਾਬ ਸੁਣ ਕੇ ਜਸਟਨ ਮਸ਼ੀਨ ਸ਼ਾਪ 'ਚੋਂ ਚਲਾ ਗਿਆ। ਅਗਲੇ ਦਿਨ ਮੈਂ ਉਸ ਨੂੰ ਖਰਾਦ ਮਸ਼ੀਨ ਸੈੱਟ ਕਰ ਦਿੱਤੀ। ਉਸ ਮਸ਼ੀਨ ਉੱਤੇ ਵੀ ਜਸਟਨ ਦਾ ਮਨ ਨਾ ਲੱਗਾ। ਉਹ ਘੰਟੇ ਕੁ ਬਾਅਦ ਹੀ ਸੰਦ ਸੁੱਟ ਕੇ ਚਲਾ ਗਿਆ। ਜਾਂਦਾ ਹੋਇਆ ਬੋਲਿਆ, ਮੈਂ ਇਹੋ ਜਿਹੇ ਕੰਮ ਕਰਨ ਵਾਸਤੇ ਨਹੀਂ ਬਣਿਆ। ਉਸ ਤੋਂ ਬਾਅਦ ਜਸਟਨ ਮਸ਼ੀਨ ਸ਼ਾਪ ਵਿੱਚ ਨਹੀਂ ਸੀ ਆਇਆ ਤੇ ਮਹੀਨਾ ਪਹਿਲਾਂ ਵੀ ਨਹੀਂ ਸੀ ਆਇਆ ਜਦੋਂ ਬਰੂਸ ਨੂੰ ਦਿਲ ਦਾ ਦੌਰਾ ਪਿਆ ਸੀ। ਬਰੂਸ ਦੀ ਗੈਰ ਹਾਜ਼ਰੀ ਵਿੱਚ ਮੈਂ ਤੇ ਮਾਈਕ ਨੇ ਕੰਮ ਸਾਂਭ ਲਿਆ ਸੀ। ਕੰਮ ਦਾ ਆਖਰੀ ਘੰਟਾ ਤੇ 1 ਘੰਟਾ ਓਵਰ ਟਾਈਮ ਲਾ ਕੇ ਅਸੀਂ ਦਫ਼ਤਰੀ ਕੰਮ ਨਿਬੇੜ ਦਿੰਦੇ। ਸਿਹਤਯਾਬ ਹੋ ਕੇ ਬਰੂਸ ਕੰਮ ਤੇ ਆਇਆ ਸੀ ਤੇ ਉਸਨੇ ਮੀਟਿੰਗ ਸੱਦ ਲਈ ਸੀ। ਕੁਝ ਦੇਰ ਇੱਧਰ ਉੱਧਰ ਦੀਆਂ ਮਾਰ ਕੇ ਬਰੂਸ ਉੱਠ ਕੇ ਆਪਣੇ ਦਫ਼ਤਰ ਦਾ ਦਰਵਾਜ਼ਾ ਬੰਦ ਕਰਦਾ ਬੋਲਿਆ, ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਕਰੀਏ। ਬਰੂਸ ਨੂੰ ਇਸ ਤਰ੍ਹਾਂ ਕਰਦਾ ਦੇਖ ਕੇ ਮੈਂ ਮਾਈਕ ਵੱਲ ਦੇਖਿਆ। ਉਹ ਮੁਸਕਰਾ ਪਿਆ। ਆਪਣੀ ਕੁਰਸੀ ਉੱਤੇ ਵਾਪਸ ਬੈਠਦਾ ਬਰੂਸ ਬੋਲਿਆ, ਮੇਰੀ ਗੈਰ ਹਾਜ਼ਰੀ ਵਿੱਚ ਜਿਸ ਤਰ੍ਹਾਂ ਤੁਸੀਂ ਕਾਰੋਬਾਰ ਨੂੰ ਚਲਾਇਆ ਹੈ, ਉਸ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਨੂੰ ਤੁਹਾਡਾ ਇਸੇ ਤਰ੍ਹਾਂ ਹੀ ਹੋਰ ਸਹਿਯੋਗ ਚਾਹੀਦਾ। ਅਸੀਂ ਹਮੇਸ਼ਾ ਹੀ ਤੇਰੇ ਨਾਲ ਹਾਂ, ਮੈਂ ਕਿਹਾ। ਕਿਸ ਤਰ੍ਹਾਂ ਦਾ ਸਹਿਯੋਗ? ਮਾਈਕ ਨੇ ਪੁੱਛਿਆ। ਕਾਰੋਬਾਰ ਚਲਾਉਣ ਵਿੱਚ ਮੈਂ ਤੁਹਾਡੀ ਤਨਖਾਹ ਵਧਾ ਕੇ ਜਾਵਾਂਗਾ। ਤੂੰ ਕਿੱਥੇ ਜਾ ਰਿਹਾ ਹੈ? ਮਾਈਕ ਨੇ ਹੈਰਾਨੀ 'ਚ ਪੁੱਛਿਆ। ਮੈਂ ਸੇਵਾ ਮੁਕਤ ਹੋ ਰਿਹਾ ਹਾਂ। ਤਾਂ ਤੂੰ ਚਾਹੁੰਦਾ ਕਿ ਅਸੀਂ ਮਸ਼ੀਨ ਸ਼ਾਪ ਚਲਾਈਏ? ਮਾਈਕ ਨੂੰ ਸ਼ਾਇਦ ਆਪਣੀ ਆਸ 'ਤੇ ਬੂਰ ਪੈਂਦਾ ਦਿਸ ਰਿਹਾ ਸੀ। ਇਸ ਕਰਕੇ ਉਸਨੇ ਵਿੱਚੋਂ ਹੀ ਪੁੱਛ ਲਿਆ ਤੇ ਫਿਰ ਬੋਲਿਆ, ਸਾਨੂੰ ਕੋਈ ਇਤਰਾਜ਼ ਨਹੀਂ। ਠੀਕ ਹੈ ਨਾ ਡੇਵ? ਮੈਂ ਹਾਂ ਵਿੱਚ ਸਿਰ ਹਿਲਾਇਆ। ਬਰੂਸ ਬੋਲਿਆ, ਆਈ ਐਮ ਪਾਸਿੰਗ ਔਨ ਦਾ ਟਾਰਚ ਟੂ ਮਾਈ ਸਨ। ਮੈਂ ਮਿਸਾਲ ਆਪਣੇ ਬੇਟੇ ਦੇ ਹੱਥ ਫੜਾ ਰਿਹਾ ਹਾਂ। ਇੱਕ ਪਲ ਹੀ ਕਮਰੇ ਵਿੱਚ ਚੁੱਪੀ ਵਰਤ ਗਈ। ਮਾਈਕ ਨੇ ਮੇਰੇ ਵੱਲ ਦੇਖਿਆ। ਮੇਰੇ ਦੰਦ ਜੁੜ ਗਏ। ਬਰੂਸ ਮੁੜ ਬੋਲਿਆ, ਜਸਟਨ ਕਾਰੋਬਾਰ ਚਲਾਵੇਗਾ। ਤੁਹਾਨੂੰ ਪਤਾ ਹੀ ਹੈ ਕਿ ਉਸ ਲਈ ਇਹ ਸਭ ਨਵਾਂ ਹੈ, ਪਰ ਉਹ ਛੇਤੀ ਸਿੱਖ ਲਵੇਗਾ। ਮਾਈਕ ਬੋਲਿਆ, ਇੱਦਾਂ ਨਹੀਂ ਹੁੰਦਾ ਕਿ ਜਿਸ ਨੇ ਕਾਰੋਬਾਰ ਸੈੱਟ ਕੀਤਾ ਹੋਵੇ ਮਿਸਾਲ ਉਸੇ ਨੂੰ ਫੜਾਈ ਜਾਵੇ। ਮਾਈਕ ਦਾ ਚਿਹਰਾ ਸੁਰਖੀ ਫੜਨ ਲੱਗਾ। ਬਰੂਸ ਕੁਝ ਪਲ ਨਾ ਬੋਲਿਆ, ਜਿਵੇਂ ਉਸ ਨੂੰ ਗੱਲ ਦੀ ਸਮਝ ਨਾ ਲੱਗੀ ਹੋਵੇ। ਫਿਰ ਬੋਲਿਆ, ਮੈਂ ਇਹ ਕਾਰੋਬਾਰ ਸੈੱਟ ਕੀਤਾ ਤੇ ਹੁਣ ਆਪਣੇ ਬੇਟੇ ਨੂੰ ਦੇ ਰਿਹਾ। ਇਹਦੇ 'ਚ ਕੀ ਗਲਤ ਹੈ? ਨਹੀਂ, ਤੂੰ ਇਕੱਲੇ ਨੇ ਨਹੀਂ, ਅਸੀਂ ਰਲ ਕੇ ਮਸ਼ੀਨ ਸ਼ਾਪ ਨੂੰ ਪੈਰਾਂ ਸਿਰ ਕੀਤਾ, ਖਾਸ ਕਰਕੇ ਐਸ ਬੰਦੇ ਨੇ। ਮਾਈਕ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ। ਮਾਈਕ ਮੁੜ ਬੋਲਿਆ, ਅਸੀਂ ਤੇਰੇ ਕਾਰੋਬਾਰ ਦੇ ਪਰਿਵਾਰ ਦਾ ਹਿੱਸਾ ਹਾਂ, ਜਿਵੇਂ ਤੂੰ ਆਮ ਹੀ ਕਹਿੰਦਾ ਹੁੰਦਾ। ਹੁਣੇ ਹੀ ਤੂੰ ਆ ਕੇ ਹਟਿਆ ਹੈ ਕਿ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਹੈ। ਕੀ ਉਹ ਸਾਨੂੰ ਫੋਕੀ ਫੂਕ ਛਕਾਉਣ ਲਈ ਆਖਦਾ ਹੁੰਦਾ? ਤੂੰ ਕੀ ਚਾਹੁੰਦਾ? ਬਰੂਸ ਬੋਲਿਆ, ਸਾਨੂੰ ਚਲਾਉਣ ਦੇ, ਆਪਾਂ ਰਲ ਮਿਲ ਕੇ ਕੋਈ ਹੱਲ ਕੱਢ ਲਵਾਂਗੇ।
ਤੇ ਤੈਨੂੰ ਹਰ ਮਹੀਨੇ ਤੇਰਾ ਬਣਦਾ ਹਿੱਸਾ ਪਹੁੰਚਦਾ ਕਰ ਦਿਆ ਕਰਾਂਗੇ। ਕਿਉਂ ਡੇਵ? ਮਾਈਕ ਦੀ ਇਹ ਗੱਲ ਸੁਣ ਕੇ ਮੈਂ ਬਰੂਸ ਦੇ ਹਾਵ ਭਾਵ ਜਾਣਨ ਲਈ ਉਹਦੇ ਚਿਹਰੇ ਵੱਲ ਦੇਖਿਆ। ਉਹਦਾ ਚਿਹਰਾ ਤਪ ਰਿਹਾ ਸੀ। ਇਸ ਦੀ ਪਰਵਾਹ ਕੀਤੇ ਬਿਨਾਂ ਮੈਂ ਆਖਿਆ, ਬਿਲਕੁਲ। ਇਨਮੇਟਸ ਡੋਂਟ ਰਨ ਦਾ ਅਸਾਈਲਮ। ਪਨਾਹਗੀਰ ਪਨਾਹਗਾਰ ਦਾ ਪ੍ਰਬੰਧ ਨਹੀਂ ਚਲਾਉਂਦੇ ਹੁੰਦੇ, ਬਰੂਸ ਬੋਲਿਆ। ਬਰੂਸ ਦੀ ਇਹ ਗੱਲ ਸੁਣ ਕੇ ਮੇਰਾ ਅੰਦਰ ਬਲ ਬੋਲਿਆ, ਇਹ ਚਲਾਉਣ ਲਈ, ਸਹਿਯੋਗ ਲੈਣ ਲਈ ਹੀ ਤੂੰ ਸਾਨੂੰ ਸਾਡੀ ਮਦਦ ਮੰਗ ਰਿਹਾ? ਤੇ ਹਾਂ, ਪਿਛਲੇ 25 ਸਾਲਾਂ ਤੋਂ ਇਹ ਪਨਾਹਗੀਰ ਹੀ ਮਸ਼ੀਨ ਚਲਾ ਰਹੇ ਆ। ਇਹ ਨਾ ਭੁੱਲੋ ਕਿ ਮੈਂ ਤੁਹਾਨੂੰ ਇੰਨੇ ਸਾਲ ਨੌਕਰੀ ਦਿੱਤੀ ਹੈ। ਨੌਕਰੀ ਦੀ ਕੋਈ ਗੱਲ ਨਹੀਂ ਸੀ, ਇਹ ਅਸੀਂ ਕਿਤੇ ਵੀ ਕਰ ਸਕਦੇ ਸੀ, ਇਸ ਦਾ ਤੈਨੂੰ ਵੀ ਪਤਾ ਹੈ, ਮਾਈਕ ਬੋਲਿਆ। ਮੈਂ ਹਮੇਸ਼ਾ ਇਸ ਮਸ਼ੀਨ ਸ਼ਾਪ ਨੂੰ ਆਪਣਾ ਸਮਝ ਕੇ ਕੰਮ ਕੀਤਾ, ਮੈਂ ਆਖਿਆ। ਤਾਂ ਮੈਂ ਸਮਝਾਂ ਕਿ ਤੁਸੀਂ ਸਹਿਯੋਗ ਨਹੀਂ ਦਿਓਗੇ? ਬਰੂਸ ਦੀ ਸੁਰ ਨੀਵੀਂ ਹੋ ਗਈ। ਅਸੀਂ ਇੱਥੇ ਤੇਰੇ ਨਲਾਇਕ ਪੁੱਤ ਲਈ ਕੰਮ ਕਰਨ ਦੀ ਬਜਾਏ ਆਪਣੀ ਮਸ਼ੀਨ ਸ਼ਾਪ ਨਾ ਖੋਲਾਂਗੇ। ਆਖ ਕੇ ਮੈਂ ਖੜਾ ਹੋਣ ਲਈ ਕੁਰਸੀ ਦੇ ਹੱਥਾਂ ਉੱਤੇ ਜ਼ੋਰ ਪਾਇਆ ਤੇ ਮਾਈਕ ਵੱਲ ਦੇਖਿਆ। ਸਾਡੀਆਂ ਅੱਖਾਂ ਮਿਲੀਆਂ। ਤੇ ਜੇ ਤੇਰੇ ਪੁੱਤ ਨੇ ਕੰਮ ਸਿੱਖਣਾ ਹੋਇਆ ਤਾਂ ਸਾਡੀ ਮਸ਼ੀਨ ਸ਼ਾਪ 'ਚ ਭੇਜ ਦੇਵੀਂ, ਅਸੀਂ ਸਿਖਾ ਦਿਆਂਗੇ। ਆਖ ਕੇ ਮਾਈਕ ਉੱਠ ਖਲੋਤਾ ਤੇ ਅਸੀਂ ਦਫ਼ਤਰ ਵਿੱਚੋਂ ਬਾਹਰ ਆ ਗਏ।